सो हाँ दोस्तों सत श्री अकाल जी। मैं रमनदीप सिंह एक बार फिर हाज़र हाँ तुहाडे अपने चैनल रमन इंस्टीट्यूट ते। सो स्वागत करदा जी सारिਆਂ ਦਾ एक बार तो फिर इस चैनल उत्ते। सो वीडियो शुरू करने तो पहला रिक्वेस्ट है कि ਜਿਹੜੇ विद्यार्थी चैनल ते पहली बार आए ने चैनल ਨੂੰ सबसक्राइब कर लेना ते नाल ही बैल आइकन ते क्लिक कर लेना ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਦੇ ਇਸ ਚੈਨਲ ਦੇ ਵਿੱਚ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀ ਰਿਗਵੇਦਿਕ ਪੀਰੀਅਡ ਦੀ ਜਿਹੜੀ ਹੈ ਨਾ ਲਾਸਟ ਕਲਾਸ ਰਹੇਗੀ ਜੋ ਕਿ ਇੰਸਟੈਂਟ ਹਿਸਟਰੀ ਆਫ ਇੰਡੀਆ ਦਾ ਰਹੇਗੀ। 25 MCQ ਰਹਿਣਗੇ। 4 ਨੰਬਰ ਪਾਰਟ ਹੈ। ਇਸ ਤੋਂ ਪਹਿਲਾਂ 3 ਪਾਰਟ ਜਿਹੜੇ ਉਹ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਜਿਹੜਾ ਦੇਖ ਸਕਦੇ ਹੋ ਕਿਉਂਕਿ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀ ਜਿਹੜੀ PDF ਹੈ ਉਹ ਪ੍ਰੋਵਾਈਡ ਕੀਤੀ ਜਾਊਗੀ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ ਬਈ। ਸੋ ਸਭ ਤੋਂ ਪਹਿਲਾਂ ਵੀ ਸੌਰੀ ਕਿ ਜਿਹੜੀ ਆਪਣੀ ਲਾਈਵ ਕਲਾਸ ਹੈ ਉਹ ਨਹੀਂ ਚੱਲ ਪਈ, ਠੀਕ ਹੈ। ਸੋ ਬਈ ਨੈਟ ਦੀ ਨਾ ਕਾफ़ी ਜ਼ਿਆਦਾ ਜਿਹੜੀ ਉਹ ਪ੍ਰੋਬਲਮ ਆ ਰਹੀ ਹੈ। ਸੋ ਖਾਸ ਕਰਕੇ ਮੇਰੇ ਕੋਲ ਤਾਂ ਜੀਓ ਹੈ ਨਾ, ਸੋ ਇਸ ਕਰਕੇ ਜਿਹੜਾ ਨਾ ਨਹੀਂ ਚੱਲਦੀ ਹੈਗੀ। ਬਟ BSNL ਵਾਲਿਆਂ ਨੂੰ ਕਿਹਾ ਹੋਇਆ, ਸੋ ਹੋ ਸਕਦਾ ਹੈ ਕਿ ਜਲਦੀ ਹੈ ਨਾ ਉਹ ਪ੍ਰੋਵਾਈਡ ਕਰ ਦੇਣ ਆਪਾਂ ਨੂੰ ਕਨੈਕਸ਼ਨ। ਫਿਰ ਇਹ ਜਿਹੜੀ ਕਨੈਕਸ਼ਨ ਵਾਲੀ ਮਤਲਬ ਕਿ ਲਾਈਵ ਦਾ ਜਿਹੜਾ ਨਾ ਲਿੰਕ ਉਹ ਟੁੱਟ ਜਾਂਦਾ ਹੈ ਉਹ ਦੂਰ ਹੋ ਜਾਊਗਾ ਕਿਉਂਕਿ ਆਪਾਂ ਰੋਜ਼ ਹੈ ਨਾ 2-3 ਦਿਨ ਹੋ ਗਏ ਟਰਾਈ ਕਰਦਿਆਂ ਨੂੰ, ਬਟ ਸ਼ਾਮ ਦੇ ਟਾਈਮ 'ਤੇ ਹੀ ਨੈਟ ਦੀ ਪ੍ਰੋਬਲਮ ਆਉਂਦੀ ਹੈਗੀ ਤਕਰੀਬਨ 7 ਤੋਂ 8 ਦੇ ਦਰਮਿਆਨ। ਉਹ ਫਿਰ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਅਤੇ ਉਹ ਗੱਲ ਜੀ ਨਹੀਂ ਪਈ ਹੈਗੀ। ਸੋ ਇਸ ਕਰਕੇ ਮੈਂ ਸੋਚਿਆ ਨਾ ਕਿ ਆਪਣੀ ਜਿਹੜੀ ਕਲਾਸ ਹੈ ਉਹ ਵੀ ਨਾ ਮਿਸ ਹੋਵੇ ਅਤੇ ਨਾਲ ਹੀ ਆਪਣਾ ਜਿਹੜਾ ਸਿਲੇਬਸ ਆ ਉਹ ਕਵਰ ਹੁੰਦਾ ਰਹੇ ਅਤੇ ਲਾਈਵ ਜਿਹੜੀ ਹੈ। ਬਟ ਇਹ ਨਹੀਂ ਆਪਾਂ ਕਿ ਹੈ ਨਾ ਹਮੇਸ਼ਾ ਲਈ ਬੰਦ ਕਰ ਰਹੇ ਹਾਂ। ਸੋ ਮਤਲਬ 1-2 ਦਿਨਾਂ ਦੀ ਪ੍ਰੋਬਲਮ ਹੈ, ਜਾਂ ਤਾਂ ਆਪਾਂ ਨੂੰ ਇੰਟਰਨੈਟ ਕਨੈਕਸ਼ਨ ਦੂਸਰਾ ਮਿਲ ਜਾਵੇਗਾ ਅਤੇ ਜਾਂ ਫਿਰ ਜਿਹੜੀ ਜੀਓ ਦੀ ਪ੍ਰੋਬਲਮ ਚੱਲ ਰਹੀ ਹੈ ਉਹ ਸੋਲਵ ਹੋ ਜਾਵੇਗੀ। ਫਿਰ ਆਪਾਂ ਰੈਗੂਲਰ ਉਸੇ ਤਰੀਕੇ ਦੇ ਨਾਲ ਲਾਈਵ ਜਿਹੜੀ ਉਹ ਸ਼ੁਰੂ ਕਰ ਦੇਵਾਂਗੇ। ਓਕੇ, ਸੋ ਅੱਜ ਜਾਂ ਕੱਲ੍ਹ ਦੇ ਲਈ ਆਪਣੇ ਕੋਲ ਫਿਲਹਾਲ ਆਫਲਾਈਨ ਹੀ ਕਲਾਸ ਚੱਲੇਗੀ, ਬਟ ਤੁਹਾਡੇ ਕੋਲ ਆਉਂਦੀ ਰਹੇਗੀ। ਓਕੇ, ਚਲੋ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਸਮਝੋਗੇ ਇਸ ਪ੍ਰੋਬਲਮ ਨੂੰ। ਓਕੇ, ਚਲੋ ਜੀ। ਸੋ ਅੱਜ ਦਾ ਬਈ 76 ਨੰਬਰ ਕੁਐਸਚਨ ਹੈ। ਧਿਆਨ ਰੱਖਿਓ ਵੀ ਅੱਜ ਸਾਡਾ ਰਿਗਵੇਦਿਕ ਪੀਰੀਅਡ ਜਿਹੜਾ ਹੈ ਇਹ ਖਤਮ ਹੋ ਜਾਊਗਾ, ਠੀਕ ਹੈ। ਇਹਦੇ ਨਾਮ ਯਾਦ ਰੱਖਿਓ, ਜਾਂ ਤਾਂ ਰਿਗਵੇਦਿਕ ਪੀਰੀਅਡ ਦੇ ਅਕੋਰਡਿੰਗ ਪੁੱਛਿਆ ਜਾਊਗਾ ਅਤੇ ਜਾਂ ਫਿਰ ਵੈਦਿਕ ਪੀਰੀਅਡ ਦੇ ਅਕੋਰਡਿੰਗ, ਠੀਕ ਹੈ। ਇਸ ਤੋਂ ਅਗਲਾ ਟੌਪਿਕ ਜਿਹੜਾ ਹੈ ਥਿਊਰੀ ਆਪਣੀ ਉਹ ਕੰਪਲੀਟ ਹੋ ਚੁੱਕੀ ਹੈ। ਇਸ ਦਾ ਨਾਮ ਹੈ ਲੈਟਰ ਵੈਦਿਕ ਪੀਰੀਅਡ। ਓਕੇ, ਇਹਦੀ ਆਪਾਂ ਥਿਊਰੀ ਕੰਪਲੀਟ ਕਰ ਦਿੱਤੀ ਸੀ ਅਤੇ ਗਰੁੱਪ ਦੇ ਵਿੱਚ ਮੈਂ ਇਹਦੀ PDF ਵੀ ਤੁਹਾਨੂੰ ਪ੍ਰੋਵਾਈਡ ਕਰ ਦਿੱਤੀ ਹੈ ਅਤੇ ਕਲਾਸ ਦਾ ਲਿੰਕ ਵੀ ਦਿੱਤਾ ਹੋਇਆ ਹੈ, ਉੱਥੋਂ ਤੁਸੀਂ ਜਾ ਕੇ ਇਸ ਨੂੰ ਜਿਹੜਾ ਰੀਡ ਕਰ ਸਕਦੇ ਹੋ। ਓਕੇ, ਸੋ ਨੈਕਸਟ ਜਿਹੜੇ ਕੁਐਸਚਨ ਹੋਣਗੇ ਆਪਣੀ ਹਿਸਟਰੀ ਦੇ ਉਹ ਇਸ ਟੌਪਿਕ ਦੇ ਨਾਲ ਰਿਲੇਟਡ ਹੋਣਗੇ। ਅੱਜ ਆਪਣਾ ਇਸ ਟੌਪਿਕ ਕੰਪਲੀਟ ਹੋ ਜਾਊਗਾ। ਸੋ ਕੁਐਸਚਨ ਹੈ ਭਾਈ ਅੱਜ ਦਾ, ਆਰੀਆ ਦੀ ਪ੍ਰਮੁੱਖ ਭਾਸ਼ਾ ਸੀਗੀ ਬਈ ਇਹਨਾਂ ਦੇ ਵਿੱਚੋਂ ਹਿੰਦੀ, ਸੰਸਕ੍ਰਿਤ, ਉਰਦੂ ਅਤੇ ਆਰੀਅਨ। ਸੋ ਬਈ ਸਾਰਿਆਂ ਨੂੰ ਪਤਾ ਹੈ ਨਾ, ਬਹੁਤ ਸਿੰਪਲ ਕੁਐਸਚਨ ਹੈ, ਬਟ ਇਹ ਵੀ ਆਇਆ ਹੋਇਆ ਹੈ ਪੁਰਾਣੇ ਪੇਪਰਾਂ ਦੇ ਵਿੱਚ। ਓਕੇ, ਸੋ ਇਹ ਭਾਸ਼ਾ ਦਾ ਨਾਮ ਸੀਗਾ ਬਈ ਸੰਸਕ੍ਰਿਤ। ਕਿਉਂ ਸੀਗਾ? ਕਿਉਂਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੀ ਬਈ ਰਿਗਵੇਦ ਜਿਹੜੇ ਲਿਖੇ ਗਏ ਹੈਗੇ ਨੇਗੇ। ਓਕੇ, ਸੋ ਜਿਹਦੇ ਕਾਰਨ ਕਰਕੇ ਆਪਾਂ ਨੂੰ ਇਹ ਸਿੰਪਲ ਹੀ ਸਮਝਣਾ ਪਊਗਾ ਕਿ ਭਈ ਆਰੀਅਨ ਲੋਕ ਸੀਗੇ ਜਿਹੜੇ ਉਹ ਪ੍ਰਮੁੱਖ ਤੌਰ ਦੇ ਉੱਪਰ ਸੰਸਕ੍ਰਿਤ ਭਾਸ਼ਾ ਤੋਂ ਹੀ ਜਾਣੂ ਸੀਗੇ ਨਾ, ਅਤੇ ਬੜੀ ਇਹ ਕਹਿ ਸਕਦੇ ਹਾਂ ਕਿ ਫੇਮਸ ਭਾਸ਼ਾ ਸੀਗੀ ਅਤੇ ਕੁਝ ਕੁ ਚੁਣਿੰਦਾ ਲੋਕ ਹੀ ਇਸ ਨੂੰ ਬੋਲ ਸਕਦੇ ਸੀ ਨਾ, ਜਿਵੇਂ ਹੌਲੀ ਹੌਲੀ ਇਹ ਡਿਵੈਲਪ ਹੁੰਦਾ ਗਿਆ ਸੀ ਸਿਸਟਮ। ਸੋ ਇੱਕ ਨਾ ਹੋਰ ਦੇਖ ਲਿਓ ਕਿ ਇਹ ਤਾਂ ਵੈਸੇ ਆਪਣੇ ਕੁਐਸਚਨ ਨੇ, ਅਗਰ ਹੋ ਪਾਇਆ ਤਾਂ ਆਪਾਂ ਇੱਕ ਪਾਰਟ ਹੋਰ ਬਣਾ ਵੀ ਲਵਾਂਗੇ, ਜ਼ਰੂਰੀ ਨਹੀਂ ਹੈ ਕਿਉਂਕਿ ਵੈਸੇ ਕੁਐਸਚਨ ਖਤਮ ਹੋ ਗਏ ਸੀ। ਬਟ ਅਗਰ ਕਿਤੇ ਪੁਰਾਣੇ ਪੇਪਰਾਂ ਦੇ ਵਿੱਚ ਕੁਝ ਅਜਿਹਾ ਆਇਆ ਹੋਇਆ ਤਾਂ ਆਪਾਂ 10-15 ਕੁਐਸਚਨ ਇਹੋ ਜਿਹੇ ਹੋਰ ਕੱਢ ਲਵਾਂਗੇ ਕਿ ਕਲਾਸ ਹੋਰ ਵੀ ਬਣ ਜਾਊਗੀ। ਮਤਲਬ ਕੋਈ ਵੀ ਕੁਐਸਚਨ ਆਪਾਂ ਛੱਡਾਂਗੇ ਨਹੀਂ ਇਹਨਾਂ ਦੇ ਵਿੱਚੋਂ। ਓਕੇ, ਚਲੋ ਨੈਕਸਟ ਚੱਲਦੇ ਹੈਗੇ ਹਾਂ। 70 ਨੰਬਰ ਗ੍ਰਾਮੀਣ ਸੱਭਿਅਤਾ। ਭਾਰਤ ਦੀ ਗ੍ਰਾਮੀਣ ਸੱਭਿਅਤਾ ਕਹਿ ਸਕਦੇ ਹੋ, ਜਾਂ ਪਹਿਲੀ ਗ੍ਰਾਮੀਣ ਸੱਭਿਅਤਾ ਮਤਲਬ ਪੇਂਡੂ ਸੱਭਿਅਤਾ ਕਹਿ ਸਕਦੇ ਹੋ। ਕੋਈ ਵੀ ਕੁਐਸਚਨ ਕਿਸੇ ਵੀ ਟਾਈਪ ਦਾ ਬਣ ਸਕਦਾ ਹੈ। ਸੋ ਕਿਹੜੀ ਰਹੀ ਹੈ? ਹੜੱਪਾ ਸੱਭਿਅਤਾ, ਮੌਰੀਆ ਕਾਲ, ਗੁਪਤ ਕਾਲ ਅਤੇ ਜਾਂ ਫਿਰ ਵੈਦਿਕ ਸੱਭਿਅਤਾ। ਸੋ ਸ਼ਹਿਰੀ ਸੱਭਿਅਤਾ ਜਾਂ ਪਹਿਲੀ ਸੱਭਿਅਤਾ ਜਿਹੜੀ ਸਾਡੀ ਆਉਂਦੀ ਹੈ ਹੜੱਪਾ ਸੱਭਿਅਤਾ ਆਉਂਦੀ ਹੈਗੀ। ਅਤੇ ਅਗਰ ਅਸੀਂ ਕਰੀਏ ਗ੍ਰਾਮੀਣ ਜਾਂ ਪੇਂਡੂ ਸੱਭਿਅਤਾ ਜਿਹੜੀ ਕਿ ਰੂਰਲ ਏਰੀਏ ਵਾਲੀ ਹੈ, ਇਹ ਸੱਭਿਅਤਾ ਬਈ ਵੈਦਿਕ ਸੱਭਿਅਤਾ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਰਿਗਵੇਦਿਕ ਪੀਰੀਅਡ ਵਾਲਾ ਜਿਹੜਾ ਸਮਾਂ ਹੈ ਇਸ ਨੂੰ ਪੇਂਡੂ ਸੱਭਿਅਤਾ ਜਾਂ ਗ੍ਰਾਮੀਣ ਸੱਭਿਅਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਭਾਰਤ ਦੀ ਪਹਿਲੀ ਸੱਭਿਅਤਾ ਸੀ ਬਈ ਜਿਹੜੀ ਪੇਂਡੂ ਖੇਤਰ ਦੇ ਵਿੱਚ ਵਸੀ ਸੀਗੀ। ਨੈਕਸਟ ਹੈ 78 ਨੰਬਰ, ਵੈਦਿਕ ਕਾਲ ਦੇ ਵਿੱਚ ਰਤਨੀ ਕਿਹਾ ਜਾਂਦਾ ਸੀ ਵੀ ਇਹਨਾਂ ਦੇ ਵਿੱਚੋਂ ਉਦਯੋਗਪਤੀ ਨੂੰ, ਰਥਕਾਰ ਨੂੰ, ਪੁਰੋਹਿਤ ਅਤੇ ਜਾਂ ਫਿਰ ਵਿਸ਼ਪਤੀ। ਵੈਦਿਕ ਕਾਲ ਦੇ ਦੌਰਾਨ ਵੀ ਬਹੁਤ ਸਾਰੇ ਆਪਾਂ ਹੈ ਨਾ ਜਿਹੜੇ ਅਧਿਕਾਰੀਆਂ ਦੀ ਗੱਲ ਕੀਤੀ ਸੀ, ਜਿਹਦੇ ਵਿੱਚ ਸੈਨਾ ਸੀਗਾ ਹੈ ਨਾ, ਵਿਸ਼ਪਤੀ ਸੀਗਾ, ਪੁਰੋਹਿਤ ਸੀਗਾ, ਵੱਖ-ਵੱਖ ਜਿਹੜੇ ਇਹਨਾਂ ਨੂੰ ਕੰਮ ਸੌਂਪੇ ਗਏ ਸੀਗੇ। ਪੁਰੋਹਿਤ ਧਾਰਮਿਕ ਵਾਲਾ ਸੀਗਾ, ਵਿਸ਼ਪਤੀ ਜਿਹੜਾ ਹੈ ਨਾ ਵਿਸ਼ ਦਾ ਮੁਖੀ ਹੁੰਦਾ ਸੀ, ਯਾਨੀ ਕਿ ਜ਼ਿਲ੍ਹੇ ਦਾ ਜਿਹੜਾ ਮੁਖੀ ਹੁੰਦਾ ਸੀਗਾ।
ਓਕੇ। ਉਸੇ ਤਰੀਕੇ ਨਾਲ ਇਹਨਾਂ ਦੇ ਵਿੱਚ ਇੱਕ ਰਤਨੀ ਵੀ ਸੀਗਾ। ਸੋ ਰਤਨੀ ਜਿਹੜਾ ਬਈ ਸੀਗਾ ਇਹ ਵੈਦਿਕ ਕਾਲ ਦੇ ਵਿੱਚ ਰਥਕਾਰਾਂ ਨੂੰ ਕਿਹਾ ਜਾਂਦਾ ਸੀਗਾ। ਠੀਕ ਹੈ, ਇਹ ਰਥਕਾਰ ਜਿਹੜੇ ਆ ਇਹ ਸਪੈਸ਼ਲੀ ਵੀ ਰਾਜੇ ਦੇ ਲਈ ਹੁੰਦੇ ਸੀਗੇ, ਰਾਜੇ ਦੀ ਸਹਾਇਤਾ ਦੇ ਲਈ। ਓਕੇ, ਤੇ ਇਹਨਾਂ ਦੀ ਵੈਦਿਕ ਕਾਲ ਦੇ ਵਿੱਚ ਸੰਖਿਆ ਵੀ ਯਾਦ ਰੱਖਿਓ 12 ਜਿਹੜੇ ਰਥਕਾਰ ਆ ਉਹ ਮਿਲਦੇ ਹੈਗੇ ਨੇ। ਇਹਨਾਂ ਨੂੰ ਰਤਨੀ ਕਿਹਾ ਜਾਂਦਾ ਸੀ। ਓਕੇ, ਰਥਕਾਰਾਂ ਨੂੰ। ਨੈਕਸਟ ਹੈ ਬਈ 79 ਨੰਬਰ, ਵੈਦਿਕ ਕਾਲ ਦੇ ਵਿੱਚ ਦੱਖਣੀ ਭਾਗ ਦੇ ਵਿੱਚ ਰਾਜੇ ਨੂੰ ਕੀ ਕਿਹਾ ਜਾਂਦਾ ਸੀ? ਸੋ ਆਪਸ਼ਨ ਇੱਕ ਹੈ ਬਈ ਸਮਰਾਟ ਕਿਹਾ ਜਾਂਦਾ ਸੀ, ਵਿਰਾਟ ਕਿਹਾ ਜਾਂਦਾ ਸੀ, ਜਾਂ ਭੋਜ ਕਿਹਾ ਜਾਂਦਾ ਸੀ, ਤੇ ਜਾਂ ਫਿਰ ਰਾਜਾ ਕਿਹਾ ਜਾਂਦਾ ਸੀਗਾ। ਵੈਦਿਕ ਕਾਲ ਦੇ ਵਿੱਚ ਬਈ ਰਾਜੇ ਨੂੰ ਵੀ ਵੱਖਰੇ ਵੱਖਰੇ ਜਿਹੜੇ ਹੈ ਨਾ ਨਾਮ ਆ ਉਹ ਦਿੱਤੇ ਹੋਏ ਸੀਗੇ, ਉਹਦੇ ਅਨੁਸਾਰ ਹੀ ਉਸ ਨੂੰ ਜਿਹੜਾ ਬੁਲਾਇਆ ਜਾਂਦਾ ਸੀਗਾ। ਸੋ ਇਸੇ ਕਾਰਨ ਕਰਕੇ ਸਾਨੂੰ ਇਹ ਵੀ ਨਾਲ ਨਾਲ ਹੈ ਨਾ ਧਿਆਨ 'ਚ ਰੱਖਣਾ ਪਊਗਾ। ਕਈ ਵਾਰ ਇਸ ਤਰ੍ਹਾਂ ਦਾ ਕੁਐਸਚਨ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਸੋ ਦੱਖਣ ਦੇ ਵਿੱਚ ਵੀ ਜਿਹੜਾ ਭਾਰਤ ਦੇ ਦੱਖਣੀ ਖੇਤਰ ਦੇ ਵਿੱਚ ਸੀਗਾ, ਜਾਣੀ ਕਿ ਵੈਦਿਕ ਕਾਲ ਦੀ ਜਿਹੜੀ ਸੱਭਿਅਤਾ ਦਾ ਦੱਖਣੀ ਪਾਰਟ ਹੁੰਦਾ ਸੀ, ਉਸ ਦੇ ਵਿੱਚ ਰਾਜੇ ਜਾਣੀ ਕਿ ਕਿੰਗ ਨੂੰ ਜਿਹੜਾ ਕਿਹਾ ਜਾਂਦਾ ਸੀ ਉਹ ਵੀ ਨਾਮ ਸੀਗਾ ਭੋਜ। ਓਕੇ, ਦੱਖਣ ਦੇ ਵਿੱਚ ਸੀਗਾ ਇਹ ਨਾਮ ਉਹਨਾਂ ਦਾ। ਤੇ ਵਿਰਾਟ ਸੀਗਾ ਵੀ ਜਿਹੜਾ ਨਾਮ ਇਹ ਉੱਤਰ ਦੇ ਵਿੱਚ ਵਰਤਿਆ ਜਾਂਦਾ ਸੀ, ਉੱਤਰੀ ਖੇਤਰ ਦੇ ਵਿੱਚ। ਠੀਕ ਹੈ, ਤੇ ਜਿਹੜਾ ਸਮਰਾਟ ਸ਼ਬਦ ਸੀਗਾ ਬਈ ਇਹ ਪੂਰਬੀ ਖੇਤਰ ਦੇ ਵਿੱਚ ਵਰਤਿਆ ਜਾਂਦਾ ਸੀਗਾ। ਓਕੇ, ਤੇ ਇੱਕ ਰਾਜਾ ਸ਼ਬਦ ਵੀ ਹੈ, ਇਹ ਮੱਧ ਭਾਰਤ ਦੇ ਵਿੱਚ ਵਰਤਿਆ ਜਾਂਦਾ ਸੀ। ਓਕੇ, ਭੋਜ ਦੱਖਣ ਦੇ ਵਿੱਚ। ਇਹ ਸਾਰੇ ਨਾਮ ਯਾਦ ਰੱਖਿਓ। ਓਕੇ, ਵੱਖਰੇ ਵੱਖਰੇ ਨਾਮਾਂ ਨਾਲ ਇਹਨਾਂ ਨੂੰ ਪੁਕਾਰਿਆ ਜਾਂਦਾ ਸੀਗਾ। ਤੇ ਪੱਛਮ ਦੇ ਵਿੱਚ ਸਵਰਾਸ਼ਟਰ ਕਿਹਾ ਜਾਂਦਾ ਸੀ, ਪੱਛਮ ਵੀ ਦਿਸ਼ਾ ਰਹਿ ਗਈ ਸੀਗੀ। ਓਕੇ, ਸਵਰਾਸ਼ਟਰ। ਓਕੇ, ਚਲੋ ਨੈਕਸਟ ਹੈ ਵੀ 80 ਨੰਬਰ, ਵੈਦਿਕ ਕਾਲ ਦੇ ਵਿੱਚ ਸਪਸ਼ਟ ਦਾ ਕੰਮ ਕੀ ਸੀਗਾ? ਗੁਪਤਚਰ, ਕਾਨੂੰਨੀ ਅਧਿਕਾਰੀ, ਪਿੰਡ ਦਾ ਮੁਖੀ, ਤੇ ਜਾਂ ਫਿਰ ਪਾਠਸ਼ਾਲਾਵਾਂ ਦਾ ਮੁਖੀ। ਸੋ ਵੈਦਿਕ ਕਾਲ ਦੇ ਵਿੱਚ ਬਈ ਜਿਹੜੇ ਸਪਸ਼ਟ ਸੀਗਾ, ਠੀਕ ਹੈ, ਇਹ ਇੱਕ ਅਧਿਕਾਰੀ ਸੀ। ਧਿਆਨ ਰੱਖਿਓ, ਇਹ ਇੱਕ ਅਧਿਕਾਰੀ ਸੀ ਜਿਹਨੂੰ ਕਿ ਰਾਜੇ ਦੇ ਦੁਆਰਾ ਇੱਕ ਕੰਮ ਸੌਂਪਿਆ ਗਿਆ ਸੀ। ਇਹ ਕੰਮ ਕਿਹੜਾ ਸੀ ਬਈ? ਗੁਪਤਚਰਾਂ ਦਾ। ਠੀਕ ਹੈ, ਮਤਲਬ ਕਿ ਇਹ ਨਿਗਰਾਨੀ ਰੱਖਦੇ ਸੀ ਵੀ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਠੱਗੀ ਚੋਰੀ ਤਾਂ ਨਹੀਂ ਹੋ ਰਹੀ, ਜਾਂ ਕਿਸੇ ਤਰ੍ਹਾਂ ਦੀ ਹੋਰ ਕੋਈ ਐਕਟੀਵਿਟੀ ਤਾਂ ਨਹੀਂ ਹੋ ਰਹੀ ਜਿਹਦੇ ਨਾਲ ਹੈ ਨਾ ਬਾਕੀ ਨੂੰ ਕੋਈ ਪ੍ਰੋਬਲਮ ਆਉਂਦੀ ਹੋਵੇ। ਸੋ ਇਸ ਲਈ ਇਹ ਮਤਲਬ ਗੁਪਤਚਰ ਸੀਗਾ ਜੋ ਨਿਗਰਾਨੀ ਰੱਖਦਾ ਹੁੰਦਾ ਸੀ ਕਿ ਕਿਸੇ ਖੇਤਰ ਦੇ ਵਿੱਚ ਕੋਈ ਗੜਬੜੀ ਨਾ ਹੋ ਰਹੀ ਹੋਵੇ, ਕਿ ਰਾਜਾ ਤਾਂ ਹੈ ਨਹੀਂਗਾ, ਜੋ ਵੀ ਹੈ ਨਾ ਪਜਟ ਸਿਸਟਮ ਚਲਾਉਣਾ ਹੈ, ਕੋਈ ਨਿਗਰਾਨੀ ਰੱਖਣ ਵਾਲਾ ਨਹੀਂ ਹੈ, ਤਾਂ ਉਹਦੇ ਲਈ ਹੈ ਨਾ ਹੁੰਦਾ ਸੀਗਾ, ਮਤਲਬ ਕਿ ਗੁਪਤਚਰ ਸੀਗੇ। ਓਕੇ, ਸੋ ਇੱਕ ਹੋਰ ਅਧਿਕਾਰੀ ਵੀ ਸੀਗਾ ਇਸ ਸਮੇਂ ਦੇ ਵਿੱਚ, ਸੋ ਉਹ ਸੀਗਾ ਪੁਰਬ। ਓਕੇ, ਇਹਦਾ ਵੀ ਸੀਗਾ ਦੁਰਗਪਤੀ। ਠੀਕ ਹੈ, ਇਹਨੂੰ ਕਿਹਾ ਜਾਂਦਾ ਸੀ ਦੁਰਗਪਤੀ, ਜਾਣੀ ਆਪਾਂ ਦਰੋਗਾ ਕਹਿ ਸਕਦੇ ਹੈਗੇ, ਇਸ ਦੇ ਵਿੱਚ ਹੁੰਦਾ ਸੀਗਾ। ਨੈਕਸਟ ਹੈ ਬਈ 81 ਨੰਬਰ, ਰਿਗਵੇਦ ਦੇ ਵਿੱਚ ਕਿਹੜੇ ਅਧਿਕਾਰੀ ਦਾ ਜ਼ਿਕਰ ਨਹੀਂ ਮਿਲਦਾ? ਇਹਨਾਂ 'ਚੋਂ ਰਾਜੇ ਦਾ, ਨਿਆਂਧੀਸ਼ ਦਾ, ਪੁਰੋਹਿਤ ਦਾ, ਤੇ ਜਾਂ ਫਿਰ ਸੈਨਾਨੀ ਦਾ। ਸੋ ਬਹੁਤ ਇੰਪੋਰਟੈਂਟ ਕੁਐਸਚਨ ਆ ਬਈ। ਠੀਕ ਹੈ, ਯਾਦ ਰੱਖਿਓ ਕਿ ਰਿਗਵੇਦ ਦੇ ਵਿੱਚ ਸਾਰੀਆਂ ਚੀਜ਼ਾਂ ਵਰਤੀਆਂ ਗਈਆਂ ਨੇ, ਬਟ ਇੱਕ ਅਧਿਕਾਰੀ ਦਾ ਉਹਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ। ਇਹ ਅਧਿਕਾਰੀ ਕਿਹੜਾ ਸੀਗਾ ਬਈ? ਸੋ ਰਾਜਾ ਸਾਨੂੰ ਦੇਖਣ ਨੂੰ ਮਿਲਦਾ ਹੈ ਕਿਉਂਕਿ ਉਹਨੇ ਅਸ਼ਵਮੇਘ ਯੱਗ ਕੀਤੇ ਸੀਗੇ, ਹੈ ਨਾ। ਬਟ ਪੁਰੋਹਿਤ ਜਿਹੜਾ ਹੈ ਇਹ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਹ ਧਾਰਮਿਕ ਮਾਮਲਿਆਂ ਵਿੱਚ ਹੁੰਦਾ ਸੀ। ਸੈਨਾਨੀ ਦਾ ਜ਼ਿਕਰ ਆਪਾਂ ਪਹਿਲੇ ਕਰ ਲਿੱਤਾ ਹੈ ਕਿ ਸੈਨਿਕ ਕਾਰਵਾਈਆਂ ਜਿਹੜੀਆਂ ਹੈ ਨਾ ਕਰਦਾ ਹੁੰਦਾ ਸੀ। ਬਟ ਇਹਨਾਂ ਦੇ ਵਿੱਚ ਨਾ ਨਿਆਂਧੀਸ਼ ਮਤਲਬ ਕਿ ਜਿਹੜਾ ਜੱਜ ਹੁੰਦਾ ਸੀ, ਇਹਦੇ ਵਿੱਚ ਸ਼ਾਮਲ ਨਹੀਂ ਹੈ ਸ਼ਬਦ ਰਿਗਵੇਦ ਦੇ ਵਿੱਚ। ਠੀਕ ਹੈ, ਜੱਜ ਦਾ ਕਿਤੇ ਵੀ ਜਿਹੜਾ ਹੈ ਇਹਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਵੀ ਨਿਆਂ ਕਰਨ ਦੇ ਲਈ ਕੋਈ ਜੱਜ ਹੋਊਗਾ ਤੇ ਉਹਦੇ ਅਨੁਸਾਰ ਹੀ ਇਹ ਸਿਸਟਮ ਚੱਲੂਗਾ। ਓਕੇ, ਯਾਦ ਰੱਖਣਾ ਵੀ ਇਸ ਅਧਿਕਾਰੀ ਦਾ ਕਿਤੇ ਵੀ ਕੋਈ ਜ਼ਿਕਰ ਰਿਗਵੇਦ ਦੇ ਵਿੱਚ ਨਹੀਂ ਕੀਤਾ ਗਿਆ। ਨੈਕਸਟ ਹੈ ਵੈਦਿਕ ਕਾਲ ਦੇ ਵਿੱਚ ਉਗਰ ਦਾ ਕੰਮ ਕੀ ਸੀਗਾ ਬਈ? ਸਜ਼ਾ ਦੇਣਾ, ਵਪਾਰ ਕਰਨਾ, ਅਪਰਾਧੀਆਂ ਨੂੰ ਪਕੜਨਾ, ਤੇ ਜਾਂ ਫਿਰ ਭੂਮੀ ਦੀ ਦੇਖਭਾਲ ਕਰਨਾ। ਹਾਂਜੀ, ਵੈਦਿਕ ਕਾਲ ਦੇ ਵਿੱਚ ਇੱਕ ਉਗਰ ਨਾਮ ਦਾ ਅਧਿਕਾਰੀ ਹੁੰਦਾ ਸੀਗਾ। ਓਕੇ, ਇਹ ਵੀ ਬਈ ਰੈਂਕ ਹੈ, ਅਧਿਕਾਰੀ ਹੈ। ਤੁਹਾਨੂੰ ਹੋ ਸਕਦਾ ਹੈ ਨਾ ਕਿ ਹਿੰਦੀ ਜਾਂ ਪੰਜਾਬੀ ਦੇ ਵਿੱਚ ਥੋੜ੍ਹਾ ਬਹੁਤਾ ਨਾਮ ਨੂੰ ਲੈ ਕੇ ਇੱਧਰ ਉੱਧਰ ਹੋ ਜਾਵੇ। ਓਕੇ, ਬਟ ਸੇਮ ਹੀ ਹੈ। ਠੀਕ ਹੈ, ਕਿ ਉਗਰ ਜਿਹੜਾ ਹੈ ਸ਼ਬਦ ਹੁੰਦਾ ਸੀ ਇਹਦੇ ਵਿੱਚ ਅਧਿਕਾਰੀ ਹੁੰਦਾ, ਸੌਰੀ, ਇਸ ਅਧਿਕਾਰੀ ਦਾ ਪ੍ਰਮੁੱਖ ਕੰਮ ਸੀਗਾ ਕਿ ਰਾਜ ਦੇ ਵਿੱਚ ਜਿਹੜੇ ਅਪਰਾਧੀ ਨੇਗੇ, ਠੀਕ ਹੈ, ਜੋ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਕਰ ਰਹੇ ਹੈਗੇ ਨੇਗੇ, ਉਹਨਾਂ ਨੂੰ ਪਕੜਨਾ ਤੇ ਉਹਨਾਂ ਨੂੰ ਸਜ਼ਾ ਦਿਵਾਉਣਾ। ਠੀਕ ਹੈ, ਮਤਲਬ ਉਹਨਾਂ ਦੇ ਦੁਆਰਾ ਜੋ ਵੀ ਕ੍ਰਾਈਮ ਕੀਤਾ ਗਿਆ ਹੈ ਉਹਨੂੰ ਪਕੜ ਕੇ ਰਾਜੇ ਕੋਲੇ ਲੈ ਕੇ ਜਾਣਾ, ਫਿਰ ਉਸਨੂੰ ਉਸਦੀ ਬਦਲੇ ਜਿਹੜੀ ਹੈ ਨਾ ਸਜ਼ਾ ਦਿਵਾਉਣ ਦਾ ਕੰਮ ਹੁੰਦਾ ਸੀ, ਜਿਹੜਾ ਉਹ ਉਗਰ ਦਾ ਹੁੰਦਾ ਸੀਗਾ ਵੈਦਿਕ ਕਾਲ ਦੇ ਵਿੱਚ। ਨੈਕਸਟ ਹੈ ਸਭਾ ਦੇ ਅਧਿਆਕਸ਼ ਨੂੰ ਕੀ ਕਿਹਾ ਜਾਂਦਾ ਸੀ ਬਈ? ਚੇਅਰਮੈਨ ਕਿਹਾ ਜਾਂਦਾ ਸੀ, ਇਸ਼ਾਨ ਕਿਹਾ ਜਾਂਦਾ ਸੀ, ਉਦੀਚੀ ਕਿਹਾ ਜਾਂਦਾ ਸੀ, ਜਾਂ ਸਵਰਾਸ਼ਟਰ ਕਿਹਾ ਜਾਂਦਾ ਸੀਗਾ। ਓਕੇ, ਸੋ ਇੱਥੇ ਆਪਾਂ ਦੋ ਚੀਜ਼ਾਂ ਦੀ ਗੱਲ ਕੀਤੀ ਸੀਗੀ, ਤੁਹਾਨੂੰ ਪਹਿਲਾਂ ਦੱਸਿਆ ਨਾ ਥਿਊਰੀ ਦੇ ਵਿੱਚ ਕਿ ਨਾ ਵੈਦਿਕ ਕਾਲ ਦੇ ਵਿੱਚ ਬਈ ਦੋ ਸੰਸਥਾਵਾਂ ਸੀ, ਇੱਕ ਸਭਾ ਤੇ ਦੂਸਰੀ ਸੀਗੀ ਸਮਤੀ। ਓਕੇ,
ਇਹ ਦੋਨੋਂ ਹੀ ਜਿਹੜੀਆਂ ਚੀਜ਼ਾਂ ਸੀ ਬਈ ਇਹ ਰਾਜੇ ਨੂੰ ਸਲਾਹ ਦੇਣ ਦੇ ਲਈ ਹੁੰਦੀਆਂ ਸੀਗੀਆਂ। ਓਕੇ, ਰਾਜੇ ਨੂੰ ਸਲਾਹ ਦੇਣ ਦੇ ਲਈ ਰੱਖੀਆਂ ਹੋਈਆਂ ਸੀ ਦੋਨੋਂ ਹੀ ਸੰਸਥਾਵਾਂ। ਵੱਖਰੇ ਵੱਖਰੇ ਕਾਲਾਂ ਦੇ ਵਿੱਚ ਵੱਖਰੇ ਵੱਖਰੇ ਨਾਮ ਦਿੱਤੇ ਗਏ ਹੈਗੇ ਨੇਗੇ। ਓਕੇ, ਸਭਾ ਜਿਹੜੀ ਹੁੰਦੀ ਸੀਗੀ ਇਹਦੇ ਵਿੱਚ ਵੀ ਜਿਹੜੇ ਸ੍ਰੇਸ਼ਟ ਲੋਕ ਹੁੰਦੇ ਸੀਗੇ ਉਹਨਾਂ ਦੀ ਹੁੰਦੀ ਸੀਗੀ ਹੈ ਨਾ, ਬਟ ਜਿਹੜੇ ਸੰਮਤੀ ਦੇ ਵਿੱਚ ਸੀ ਇਹਦੇ ਵਿੱਚ ਆਮ ਜਿਹੜੇ ਲੋਕ ਆ ਜਾਂਦੇ ਸੀਗੇ। ਠੀਕ ਹੈ, ਇਹਦੇ ਵਿੱਚ ਖਾਸ ਜਿਵੇਂ ਆਪਾਂ ਕਹਿ ਸਕਦੇ ਹਾਂ ਜਾਂ ਸ੍ਰੇਸ਼ਟ ਜਿਹੜੇ ਕਹਿ ਸਕਦੇ ਹਾਂ ਵਿਸ਼ੇਸ਼ ਤਰ੍ਹਾਂ ਦੇ ਜਿਹੜੇ ਲੋਕ ਸੀ ਉਹ ਆਉਂਦੇ ਸੀਗੇ। ਸੰਮਤੀ ਦੇ ਵਿੱਚ ਸਾਰੇ ਲੋਕ ਆ ਜਾਂਦੇ ਸੀਗੇ ਜੋ ਵੀ ਮਤਲਬ ਖੇਤਰ ਦੇ ਵਿੱਚ ਹੁੰਦੇ ਸੀਗੇ। ਓਕੇ, ਸੋ ਇੱਥੇ ਧਿਆਨ ਰੱਖਣਾ। ਔਰ ਇਹਨਾਂ ਦਾ ਕੰਮ ਹੁੰਦਾ ਸੀਗਾ ਬਈ ਰਾਜੇ ਨੂੰ ਸਲਾਹ ਦੇਣਾ। ਅਤੇ ਇਸ ਦੇ ਵਿੱਚ ਇੱਕ ਚੇਅਰਮੈਨ ਵੀ ਹੁੰਦਾ ਸੀ ਜੋ ਇਹਨਾਂ ਦੀ ਬੈਠਕਾਂ ਦੀ ਪ੍ਰਧਾਨਗੀ ਕਰਦਾ ਸੀ। ਇਹਦਾ ਨਾਮ ਹੁੰਦਾ ਸੀਗਾ ਬਈ ਇਸ਼ਾਨ। ਓਕੇ, ਇਸ਼ਾਨ ਜਿਹੜਾ ਸੀਗਾ ਇਹਨਾਂ ਸਭਾ ਅਤੇ ਸੰਮਤੀ ਦੀ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੁੰਦਾ ਸੀਗਾ। ਓਕੇ, ਅਤੇ ਇਹਨਾਂ ਦੋਨਾਂ ਦੇ ਵਿੱਚ ਨਾ ਬਈ ਇਸਤਰੀਆਂ ਨੂੰ ਵੀ ਪਰਮਿਸ਼ਨ ਸੀਗੀ ਉਸ ਸਮੇਂ ਦੇ ਵਿੱਚ, ਵੈਦਿਕ ਕਾਲ ਦੇ ਵਿੱਚ। ਠੀਕ ਹੈ, ਇਸਤਰੀਆਂ ਨੂੰ ਪਰਮਿਸ਼ਨ ਸੀਗੀ ਕਿ ਉਹ ਇਹਨਾਂ ਦੇ ਵਿੱਚ ਜਾ ਕੇ ਆਪਣੇ ਹੈ ਨਾ ਵਿਚਾਰ ਰੱਖ ਸਕਦੀਆਂ ਸੀਗੀਆਂ। ਨੈਕਸਟ ਹੈ 84 ਨੰਬਰ, ਵੈਦਿਕ ਕਾਲ ਦੇ ਵਿੱਚ ਯੁੱਧ ਲਈ ਕਿਹੜਾ ਸ਼ਬਦ ਵਰਤਿਆ ਗਿਆ ਹੈ? ਗਵਿਸ਼ਟ ਸ਼ਬਦ ਵਰਤਿਆ ਗਿਆ ਹੈ, ਕਬੀਲਾ ਸ਼ਬਦ ਵਰਤਿਆ ਗਿਆ ਹੈ, ਅਤੇ ਜਾਂ ਫਿਰ ਯੁੱਧ ਅਤੇ ਜਾਂ ਫਿਰ ਰਣਭੂਮੀ ਸ਼ਬਦ ਵਰਤਿਆ ਗਿਆ ਹੈ। ਸੋ ਵੈਦਿਕ ਕਾਲ ਦੇ ਵਿੱਚ ਵੀ ਜਿੰਨੇ ਵੀ ਯੁੱਧ ਹੁੰਦੇ ਸੀਗੇ ਉਹ ਮੋਸਟਲੀ ਰਾਜੇ ਦੀ ਅਗਵਾਈ ਦੇ ਵਿੱਚ ਹੀ ਹੁੰਦੇ ਸੀਗੇ, ਯਾਨੀ ਕਿ ਰਾਜਾ ਹੀ ਇਹਨਾਂ ਦੀ ਅਗਵਾਈ ਕਰਦਾ ਹੁੰਦਾ ਸੀ ਅਤੇ ਫਿਰ ਹੀ ਇਹ ਯੁੱਧ ਹੁੰਦਾ ਸੀਗਾ। ਸੋ ਇਸ ਵੈਦਿਕ ਕਾਲ ਦੇ ਵਿੱਚ ਯੁੱਧ ਲਈ ਇੱਕ ਸ਼ਬਦ ਵਰਤਿਆ ਗਿਆ ਸੀ। ਇਸ ਸ਼ਬਦ ਦਾ ਨਾਮ ਸੀਗਾ ਬਈ ਗਵਿਸ਼ਟ। ਓਕੇ, ਗਵਿਸ਼ਟ ਸ਼ਬਦ ਵਰਤਿਆ ਗਿਆ ਸੀ ਅਤੇ ਗਵਿਸ਼ਟ ਦਾ ਮਤਲਬ ਇਹ ਹੁੰਦਾ ਸੀ, ਅਰਥ ਵੀ ਯਾਦ ਰੱਖਿਓ ਇਸਦਾ। ਗਵਿਸ਼ਟ ਦਾ ਅਰਥ ਸੀਗਾ ਵੀ ਇੱਥੇ ਪਿੰਡਾਂ ਨੂੰ ਖੋਜਣ ਵਾਲਾ। ਠੀਕ ਹੈ, ਪਿੰਡਾਂ ਨੂੰ ਖੋਜਣ ਵਾਲਾ ਜਾਂ ਪਿੰਡ ਦੀ ਖੋਜ ਕਰਨਾ, ਇਹ ਵੀ ਕਹਿ ਸਕਦੇ ਹਾਂ ਆਪਾਂ। ਓਕੇ, ਇਹਦਾ ਮਤਲਬ ਇਹ ਹੁੰਦਾ ਸੀਗਾ ਕਿ ਜਦੋਂ ਕਿਤੇ ਹਮਲਾ ਕੀਤਾ ਜਾਂਦਾ ਸੀ, ਯੁੱਧ ਕੀਤਾ ਜਾਂਦਾ ਸੀਗਾ, ਉਹਨੂੰ ਫਿਰ ਨਵੇਂ ਤਰੀਕੇ ਨਾਲ ਨਵੇਂ ਜੰਮੇ ਜਿਹੜੇ ਪਿੰਡ ਆ ਉਹ ਸ਼ਾਮਲ ਕਰਕੇ ਹੈ ਨਾ ਉਹਦੇ ਵਿੱਚ ਸ਼ਾਮਲ ਕਰਨਾ। ਮਤਲਬ ਇੱਕ ਤਰ੍ਹਾਂ ਦੀ ਪਿੰਡ ਦੀ ਖੋਜ ਹੀ ਹੋ ਜਾਂਦੀ ਸੀ, ਖੇਤਰ ਦੀ ਖੋਜ ਹੀ ਹੋ ਜਾਂਦੀ ਸੀ ਅਤੇ ਫਿਰ ਉਹਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾ ਲਿਆ ਜਾਂਦਾ ਸੀਗਾ। ਨੈਕਸਟ ਹੈ 10 ਰਾਜ ਦਾ ਉਲੇਖ ਰਿਗਵੇਦ ਦੇ ਕਿੰਨਵੇਂ ਮੰਡਲ ਦੇ ਵਿੱਚ ਕੀਤਾ ਗਿਆ ਹੈ? 10ਵੇਂ ਮੰਡਲ ਦੇ ਵਿੱਚ, 11ਵੇਂ ਮੰਡਲ ਦੇ ਵਿੱਚ, 7ਵੇਂ ਮੰਡਲ ਦੇ ਵਿੱਚ ਅਤੇ ਜਾਂ ਫਿਰ 17ਵੇਂ ਮੰਡਲ ਦੇ ਵਿੱਚ। 10 ਰਾਜ ਦਾ ਜਿਹੜਾ ਯੁੱਧ ਹੈ ਮਤਲਬ ਕਿ 10 ਰਾਜਿਆਂ ਦਾ ਯੁੱਧ। ਠੀਕ ਹੈ, 10 ਰਾਜਿਆਂ ਦਾ ਯੁੱਧ ਸੀਗਾ ਬਈ। ਇਹ ਰਿਗਵੇਦ ਦੇ ਕਿਹੜੇ ਮੰਡਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ? ਇਹ 7ਵਾਂ ਮੰਡਲ ਹੈ। ਓਕੇ, 7ਵੇਂ ਮੰਡਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 10 ਰਾਜਿਆਂ ਦੇ ਵਿਚਕਾਰ ਇੱਕ ਯੁੱਧ ਹੋਇਆ ਸੀਗਾ। ਓਕੇ, ਔਰ ਧਿਆਨ ਰੱਖਿਓ ਕਿ ਇਹਦੇ ਵਿੱਚ ਸੁਦਾਸ ਅਤੇ 10 ਜਣਾ ਜਿਹੜੇ ਹਨ ਸ਼ਾਸਕ ਸੀ ਉਹਨਾਂ ਦੇ ਵਿਚਕਾਰ ਲੜਾਈ ਹੋਈ ਸੀਗੀ। ਇਹ ਸੁਦਾਸ ਅਤੇ 10 ਜਨ। ਠੀਕ ਹੈ, ਜਨ ਮਤਲਬ ਕਿ ਰਾਜ। ਠੀਕ ਹੈ, 10 ਰਾਜਾਂ ਦੇ ਵਿਚਕਾਰ ਅਤੇ ਇੱਕ ਸੁਦਾਸ, ਇਹਨਾਂ ਦੋਨਾਂ ਦੇ ਵਿਚਕਾਰ ਇਹ ਲੜਾਈ ਹੋਈ ਸੀਗੀ। ਅਤੇ ਇਹਦੇ ਵਿੱਚ ਧਿਆਨ ਰੱਖਿਓ ਜੇਤੂ ਜਿਹੜੇ ਰਹੇ ਨੇ ਬਈ ਇਹ ਸੁਦਾਸ ਰਹੇ ਸੀਗੇ। ਓਕੇ, ਅਤੇ 7ਵੇਂ ਮੰਡਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਇਸ ਦਾ। ਨੈਕਸਟ ਹੈ 86 ਨੰਬਰ, 10 ਰਾਜ ਯੁੱਧ ਕਿਹੜੀ ਨਦੀ ਦੇ ਕੰਢੇ 'ਤੇ ਲੜਿਆ ਗਿਆ ਸੀਗਾ ਬਈ? ਸਤਲੁਜ 'ਤੇ, ਸਰਸਵਤੀ 'ਤੇ, ਪਰੂਸ਼ਨੀ 'ਤੇ ਜਾਂ ਫਿਰ ਸਾਗਰਮਾਥਾ 'ਤੇ। 10 ਰਾਜ ਯੁੱਧ ਜਿਹੜਾ ਹੈ ਵੀ ਇਹਨਾਂ ਦੇ ਵਿੱਚੋਂ ਪਰੂਸ਼ਨੀ ਨਦੀ ਦੇ ਕੰਢੇ ਦੇ ਉੱਪਰ ਜਿਹੜਾ ਹੈ ਲੜਿਆ ਗਿਆ ਸੀਗਾ। ਧਿਆਨ ਰੱਖਿਓ ਕਿ ਪਰੂਸ਼ਨੀ ਜਿਹੜਾ ਹੈ ਇਹ ਰਾਵੀ ਨਦੀ ਦਾ ਨਾਮ ਹੈ। ਠੀਕ ਹੈ, ਵੈਦਿਕ ਕਾਲ ਦੇ ਵਿੱਚ ਰਾਵੀ ਨਦੀ ਨੂੰ ਜਿਹੜਾ ਹੈ ਬਈ ਪਰੂਸ਼ਨੀ ਕਿਹਾ ਜਾਂਦਾ ਸੀ ਅਤੇ ਇਸ ਨਦੀ ਦੇ ਤੱਟ ਦੇ ਉੱਪਰ ਇਹ ਯੁੱਧ ਜਿਹੜਾ ਹੈ ਉਹ ਲੜਿਆ ਗਿਆ ਸੀਗਾ। ਓਕੇ, ਨੈਕਸਟ ਹੈ 87 ਨੰਬਰ, ਵੈਦਿਕ ਕਾਲ ਦੇ ਵਿੱਚ ਕਿਹੜੀ ਪ੍ਰਥਾ ਪ੍ਰਚਲਿਤ ਨਹੀਂ ਸੀ? ਪਿਤਾ ਪੁਰਖੀ ਪਰਿਵਾਰ, ਬਾਲ ਵਿਆਹ ਪ੍ਰਥਾ, ਵਿਧਵਾ ਵਿਆਹ ਅਤੇ ਜਾਂ ਫਿਰ ਉਪਰੋਕਤ ਸਾਰੀਆਂ ਹੀ। ਓਕੇ, ਇੱਕ ਆਪਾਂ ਨਾ ਵੈਸੇ ਲਾਸਟ ਕੁਐਸਚਨ 'ਚ ਬਣਦਾ ਹੈ 10ਵੇਂ ਮੰਡਲ ਵਾਲਾ, ਵੈਸੇ ਉਹ ਕੁਐਸਚਨ ਆਪਾਂ ਕਵਰ ਕਰ ਲਿਆ ਸੀਗਾ। ਓਕੇ, ਥਿਊਰੀ 'ਚ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ, ਉਹਨੂੰ ਵੀ ਤੁਸੀਂ ਯਾਦ ਰੱਖਿਓ। 10ਵੇਂ ਮੰਡਲ ਵਾਲਾ ਕਿ ਜਿਹੜੀਆਂ 4 ਜਾਤੀਆਂ ਹੋਣ ਦੇ ਵਿੱਚ ਆਈਆਂ ਸੀ ਨਾ ਉਹ ਯਾਦ ਰੱਖਿਓ, ਸਕਿਪ ਹੋ ਗਿਆ ਮੇਰੇ ਮਾਈਂਡ 'ਚੋਂ। ਚਲੋ, ਵੈਦਿਕ ਕਾਲ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੀ ਪ੍ਰਥਾ ਪ੍ਰਚਲਿਤ ਨਹੀਂ ਸੀ ਬਈ? ਇਹ ਸੀਗੀ ਹੈ ਨਾ ਕਿ ਪਿਤਾ ਪੁਰਖੀ ਪਰਿਵਾਰ ਹੁੰਦਾ ਸੀ, ਜਿਹੜਾ ਵੱਡਾ ਆਦਮੀ ਹੁੰਦਾ ਸੀ ਪਰਿਵਾਰ ਦਾ, ਸੋ ਉਹੀ ਹੈ ਨਾ ਸ਼ਾਸਨ ਕਰਦਾ ਸੀ, ਉਹਦੇ ਅਨੁਸਾਰ ਹੀ ਹੈ ਨਾ ਸਾਰੇ ਲੋਕ ਪਰਿਵਾਰ ਦੇ ਜਿਹੜੇ ਹੁੰਦੇ ਸੀ ਉਹਦੀਆਂ ਗੱਲਾਂ ਨੂੰ ਫੋਲੋ ਕਰਦੇ ਸੀ, ਰੂਲਸ ਨੂੰ ਫੋਲੋ ਕਰਦੇ ਸੀਗੇ। ਓਕੇ, ਔਰ ਵਿਧਵਾ ਵਿਆਹ ਜਿਹੜਾ ਇੱਥੇ ਪ੍ਰਚਲਿਤ ਸੀਗਾ। ਸੋ ਜਦੋਂ ਵੀ ਹੈ ਨਾ ਕਿਸੇ ਲੇਡੀਜ਼ ਦੇ ਪਤੀ ਦੀ ਡੈਥ ਹੋ ਜਾਂਦੀ ਸੀ ਤਾਂ ਉਸ ਲੜਕੇ ਦਾ ਜਿਹੜਾ ਵੱਡਾ ਭਰਾ ਹੁੰਦਾ ਸੀ ਉਹਨਾਂ ਦੇ ਵਿੱਚੋਂ, ਠੀਕ ਹੈ, ਉਸ ਤੋਂ ਬਾਅਦ ਉਸ ਦੇ ਨਾਲ ਉਹਦੀ ਮੈਰਿਜ ਕਰ ਦਿੱਤੀ ਜਾਂਦੀ ਸੀ, ਜਿਹਦੇ ਕਰਕੇ ਵਿਧਵਾ ਵਿਆਹ ਜਿਹੜੀ ਪ੍ਰਚਲਿਤ ਸੀਗੀ। ਠੀਕ ਹੈ, ਪਿਤਾ ਪੁਰਖੀ ਵੀ ਪ੍ਰਚਲਿਤ ਸੀ, ਬਟ ਬਾਲ ਵਿਆਹ ਜਿਹੜੀ ਹੈ ਇੱਥੇ ਪ੍ਰਚਲਿਤ ਨਹੀਂ ਸੀਗੀ। ਠੀਕ ਹੈ, ਨਾ ਤਾਂ ਬਾਲ ਵਿਆਹ ਪ੍ਰਥਾ ਪ੍ਰਚਲਿਤ ਸੀਗੀ ਇੱਥੇ ਅਤੇ ਨਾ ਹੀ ਬਈ ਪਰਦਾ ਪ੍ਰਥਾ। ਓਕੇ,
ਪਰਦਾ ਪ੍ਰਥਾ ਵੀ ਜਿਹੜੀ ਹੈ ਬਈ ਇਹ ਨਹੀਂ ਪ੍ਰਚਲਿਤ ਸੀਗੀਆਂ, ਦੋ ਪ੍ਰਥਾਵਾਂ। ਓਕੇ, ਇਸ ਕਰਕੇ ਬੀ ਦੇ ਵਿੱਚ ਤੁਸੀਂ ਧਿਆਨ ਰੱਖਿਓ, ਬਾਲ ਵਿਆਹ ਤੇ ਪਰਦਾ ਪ੍ਰਥਾ ਇਹ ਦੋਨੋਂ ਹੀ ਪ੍ਰਥਾਵਾਂ ਇੱਥੇ ਪ੍ਰਚਲਿਤ ਨਹੀਂ ਸੀਗੀਆਂ। ਨੈਕਸਟ ਹੈ 88 ਨੰਬਰ, ਜਿਹੜੀਆਂ ਇਸਤਰੀਆਂ ਵਿਆਹ ਨਹੀਂ ਕਰਾਉਂਦੀਆਂ ਸੀਗੀਆਂ, ਸਾਰੀ ਉਮਰ ਜਿਹੜੀਆਂ ਕੁੰਵਾਰੀਆਂ ਹੀ ਰਹਿੰਦੀਆਂ ਸੀ, ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਚਾਬਾਰਕ ਕਿਹਾ ਜਾਂਦਾ ਸੀ, ਅਮਾਜ਼ੂ ਕਿਹਾ ਜਾਂਦਾ ਸੀ, ਜੈਮਨੀ ਕਿਹਾ ਜਾਂਦਾ ਸੀ ਤੇ ਜਾਂ ਫਿਰ ਘੋਣਾ ਕਿਹਾ ਜਾਂਦਾ ਸੀ। ਸੋ ਜਿਹੜੀਆਂ ਇਸਤਰੀਆਂ ਬਈ ਸਾਰੀ ਉਮਰ ਵਿਆਹ ਨਹੀਂ ਕਰਾਉਂਦੀਆਂ ਸੀ, ਹਮੇਸ਼ਾ ਕੁੰਵਾਰੀਆਂ ਰਹਿੰਦੀਆਂ ਸੀ, ਉਹਨਾਂ ਨੂੰ ਬਈ ਵੈਦਿਕ ਕਾਲ ਦੇ ਵਿੱਚ ਅਮਾਜੂ ਨਾਮ ਨਾਲ ਪੁਕਾਰਿਆ ਜਾਂਦਾ ਸੀ। ਓਕੇ, ਜਿਹੜੀਆਂ ਇਸਤਰੀਆਂ ਮੈਰਿਜ ਨਹੀਂ ਕਰਵਾਉਂਦੀਆਂ ਸੀ। ਨੈਕਸਟ ਹੈ 99 ਨੰਬਰ, ਸੋਮਰਸ ਕਿਸ ਪਦਾਰਥ ਤੋਂ ਬਣਾਇਆ ਜਾਂਦਾ ਸੀ? ਸੱਪ ਤੋਂ, ਗੁੜ ਤੋਂ, ਬਨਸਪਤੀ ਤੋਂ ਜਾਂ ਫਿਰ ਫਲਾਂ ਤੋਂ। ਓਕੇ, ਆਪਾਂ ਦੋ ਕੁਐਸਚਨ ਪਹਿਲਾਂ ਕੀਤੇ ਸੀਗੇ ਬਈ ਇੱਕ ਤਾਂ ਸੋਮਰਸ ਇੱਥੇ ਹੈ ਨਾ ਬਹੁਤ ਜ਼ਿਆਦਾ ਫੇਮਸ ਸੀ, ਜਿਹਨੂੰ ਪੀਤਾ ਜਾਂਦਾ ਸੀਗਾ, ਤੇ ਇੱਕ ਸੀਗਾ ਸੁਰਾਪਾਨ। ਓਕੇ, ਇਹਨੂੰ ਬਹੁਤਾ ਜ਼ਿਆਦਾ ਪੀਤਾ ਜਾਂਦਾ ਸੀ ਤੇ ਇਹਨੂੰ ਪੀਣਾ ਜਿਹੜਾ ਬਈ ਸਮਝਿਆ ਜਾਂਦਾ ਸੀਗਾ ਸੁਰਾਪਾਨ ਨੂੰ, ਹੈ ਨਾ। ਇਹ ਆਪਾਂ ਗੱਲ ਕਰ ਲਈ ਸੀ ਲਾਸਟ ਕੁਐਸਚਨ ਦੇ ਵਿੱਚ। ਹੁਣ ਇੱਥੇ ਕੁਐਸਚਨ ਸੀ ਨਾ ਕਿ ਜਿਹੜਾ ਸੋਮਰਸ ਸੀ, ਜਿਹੜਾ ਜ਼ਿਆਦਾ ਪ੍ਰਚਲਿਤ ਸੀਗਾ ਪੀਣਾ, ਖਾਸ ਮੌਕਿਆਂ ਦੇ ਉੱਪਰ ਇਹ ਪੀਤਾ ਜਾਂਦਾ ਸੀਗਾ, ਤੇ ਬਣਦਾ ਕਿੱਥੋਂ ਸੀਗਾ? ਇਹ ਬਣਦਾ ਹੁੰਦਾ ਸੀ ਬਈ ਬਨਸਪਤੀ ਤੋਂ। ਓਕੇ, ਬਨਸਪਤੀ ਤੋਂ ਬਣਾਇਆ ਜਾਂਦਾ ਸੀਗਾ, ਜਿਵੇਂ ਅੱਜ ਦਾ ਸਿਸਟਮ ਆ ਨਾ ਤੁਸੀਂ ਜਾਣਦੇ ਹੋ ਸ਼ਰਾਬ ਵਾਲਾ, ਉਸੇ ਤਰ੍ਹਾਂ ਦਾ ਹੀ ਸਿਸਟਮ ਇਹ ਸੀਗਾ। ਸੋ ਇਹ ਵੀ ਬਨਸਪਤੀ ਤੋਂ ਹੀ ਬਣਾਇਆ ਜਾਂਦਾ ਸੀ ਉਸ ਸਮੇਂ ਦੇ ਵਿੱਚ। ਨੈਕਸਟ ਹੈ 90 ਨੰਬਰ, ਵੈਦਿਕ ਕਾਲ ਦੇ ਦੌਰਾਨ ਕਿਸ ਨੂੰ ਪਰਮਾਣੂਵਾਦ ਦਾ ਜਨਕ ਮੰਨਿਆ ਜਾਂਦਾ ਹੈ? ਮਹਾਰਿਸ਼ੀ ਕਨਾਦ ਨੂੰ, ਮਹਾਰਿਸ਼ੀ ਪਤੰਜਲੀ ਨੂੰ, ਮਹਾਰਿਸ਼ੀ ਗੌਤਮ ਨੂੰ ਤੇ ਮਹਾਰਿਸ਼ੀ ਕਪਿਲ ਨੂੰ। ਸੋ ਇਹਨਾਂ ਦੇ ਵਿੱਚੋਂ ਬਈ ਇਹ ਦਾਰਸ਼ਨਿਕ ਨੇ ਜਿਨ੍ਹਾਂ ਨੇ ਆਪਣੇ ਆਪਣੇ ਸਿਧਾਂਤ ਪ੍ਰਚਲਿਤ ਕੀਤੇ ਨੇ ਕੁਝ ਖਾਸ ਕਿੱਤਿਆਂ ਦੇ ਵਿੱਚ, ਹੈ ਨਾ। ਇਹਨਾਂ ਦੀ ਜਿਹੜੀ ਮਤਲਬ ਕਿ ਪ੍ਰਸਿੱਧੀ ਰਹੀ ਹੈ। ਸੋ ਵੈਦਿਕ ਕਾਲ ਦੇ ਦੌਰਾਨ ਇਹ ਸਾਰੇ ਰਹੇ ਨੇ। ਇਹਨਾਂ ਦੇ ਵਿੱਚੋਂ ਪਰਮਾਣੂਵਾਦ ਦਾ ਜਿਹੜਾ ਜਨਕ ਮੰਨਿਆ ਜਾਂਦਾ ਹੈ ਉਹ ਕਿਹੜਾ ਵਿਅਕਤੀ ਹੈ? ਸੋ ਇਹ ਹੈ ਜੀ ਮਹਾਰਿਸ਼ੀ ਕਨਾਦ। ਇਹਦੇ ਦੁਆਰਾ ਬਈ ਪਰਮਾਣੂਵਾਦ ਜਿਹੜਾ ਹੈ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਸ਼ੁਰੂ ਹੋਇਆ ਸੀ ਵੈਦਿਕ ਕਾਲ ਦੇ ਵਿੱਚ। ਓਕੇ, ਤੇ ਇਹਦਾ ਵਿੱਚ ਪਤੰਜਲੀ ਜਿਹੜੇ ਹੈ ਇਹ ਯੋਗ ਦੇ ਨਾਲ ਪ੍ਰਸਿੱਧ ਹੋਏ ਨੇ। ਠੀਕ, ਅੱਜ ਵੀ ਚੱਲਦਾ ਹੈ ਪਤੰਜਲੀ ਦਾ ਜਿਹੜਾ ਸਿਸਟਮ ਹੈ ਨਾ, ਸਾਰੇ ਜਾਣਦੇ ਹੈਗੇ ਹੋ, ਉਹਦੇ ਵਿੱਚ ਆ ਜਾਂਦਾ ਹੈ। ਤੇ ਜਿਹੜਾ ਗੌਤਮ ਸੀਗਾ ਬਈ ਇਹ ਨਿਆਂ ਦੇ ਨਾਲ ਸੰਬੰਧਿਤ ਸੀਗਾ। ਓਕੇ, ਨਿਆਂ ਵਿਵਸਥਾ ਜਿਹੜੀ ਹੈ ਇਹਨੇ ਪ੍ਰਚਲਿਤ ਕੀਤੀ ਸੀਗੀ। ਓਕੇ, ਔਰ ਇੱਕ ਕਪਿਲ ਹੈ ਬਈ ਇਸ ਨੇ ਸੰਖਿਆ ਜਿਹੜੀ ਹੈ ਨਾ ਪ੍ਰਣਾਲੀ ਹੈ ਉਸ ਨੂੰ ਪ੍ਰਚਲਿਤ ਕੀਤਾ ਸੀ। ਓਕੇ, ਮਹਾਰਿਸ਼ੀ ਕਨਾਦ ਨੇ ਪਰਮਾਣੂਵਾਦ ਨੂੰ, ਮਹਾਰਿਸ਼ੀ ਪਤੰਜਲੀ ਨੇ ਯੋਗ ਨੂੰ, ਮਹਾਰਿਸ਼ੀ ਗੌਤਮ ਨੇ ਨਿਆਂ ਨੂੰ ਅਤੇ ਕਪਿਲ ਨੇ ਸੰਖਿਆ ਨੂੰ ਜਿਹੜਾ ਹੈ ਨਾ ਮਤਲਬ ਇਹ ਜਨਕ ਮੰਨੇ ਜਾਂਦੇ ਨੇ ਇਹਨਾਂ ਦੇ। ਇਹ ਵੀ ਧਿਆਨ 'ਚ ਰੱਖਿਓ ਕਿ ਜਨਕ ਹੀ ਕਹਿ ਸਕਦੇ ਹੋ। ਠੀਕ ਹੈ, ਸਿੰਪਲ ਭਾਸ਼ਾ 'ਚ ਕਿ ਜਨਕ ਨੇ ਤੁਹਾਨੂੰ ਅਗਰ ਪੁੱਛਿਆ ਜਾਵੇ ਤਾਂ। ਠੀਕ ਹੈ ਜੀ, ਨੈਕਸਟ ਚੱਲਦੇ ਹਾਂ 91 ਨੰਬਰ, ਆਰੀਅਨ ਲੋਕ ਦਾ ਸਭ ਤੋਂ ਚਹੇਤਾ ਪਸ਼ੂ ਕਿਹੜਾ ਸੀਗਾ? ਗਾਂ ਸੀ, ਘੋੜਾ ਸੀ, ਸਾਂਢ ਸੀ ਤੇ ਜਾਂ ਫਿਰ ਹਿਰਨ ਸੀਗੇ। ਆਰੀਅਨ ਲੋਕਾਂ ਦਾ ਪੁੱਛਿਆ ਬਈ ਕਿ ਸਭ ਤੋਂ ਚਹੇਤਾ, ਸਭ ਤੋਂ ਵਧੀਆ ਹੈ ਨਾ ਮਤਲਬ ਮੰਨਿਆ ਜਾਣ ਵਾਲਾ ਪਸ਼ੂ ਕਿਹੜਾ ਸੀ, ਜਿਹਨੂੰ ਸਭ ਤੋਂ ਵੱਧ ਪਸੰਦ ਕਰਦੇ ਸੀਗੇ। ਆਪਾਂ ਇਹ ਸ਼ਬਦ ਵੀ ਵਰਤ ਸਕਦੇ ਹਾਂ। ਓਕੇ, ਸੋ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਸੀ ਬਈ ਘੋੜੇ ਨੂੰ। ਠੀਕ ਹੈ, ਗਾਂ ਨਾ ਲਗਾ ਦਿਓ। ਠੀਕ ਹੈ, ਗਾਂ ਸੀ ਜਿਹੜੀ ਇਹ ਸਭ ਤੋਂ ਪਵਿੱਤਰ ਸੀ, ਇਹ ਯਾਦ ਰੱਖਿਓ। ਇਹ ਸਭ ਤੋਂ ਪਵਿੱਤਰ ਮੰਨੀ ਜਾਂਦੀ ਸੀਗੀ ਔਰ ਜੇਕਰ ਕੋਈ ਵਿਅਕਤੀ ਗਾਂ ਨੂੰ ਮਾਰ ਦਿੰਦਾ ਸੀ ਤਾਂ ਉਹਦੀ ਸਜ਼ਾ ਫਿਰ ਸਿਰਫ ਮੌਤ ਹੀ ਸੀਗੀ, ਹੋਰ ਕੋਈ ਇਸੇ ਤਰੀਕੇ ਨਾਲ ਉਸਨੂੰ ਛੱਡਿਆ ਨਹੀਂ ਜਾਂਦਾ ਸੀ। ਠੀਕ ਹੈ, ਕਿਉਂਕਿ ਇਹਨੂੰ ਮਤਲਬ ਕਿਉਂ ਜ਼ਿਆਦਾ ਸ੍ਰੇਸ਼ਟ ਮੰਨਿਆ ਜਾਂਦਾ ਹੈ ਜਾਂ ਪਵਿੱਤਰ ਮੰਨਿਆ ਜਾਂਦਾ ਕਿਉਂਕਿ ਇਹ ਦਿਮਾਗ ਪੱਖੋਂ ਨਾ ਕਾਫੀ ਵਿਕਸਿਤ ਹੁੰਦੀ ਹੈਗੀ ਆ। ਸੋ ਇਹ ਤੁਸੀਂ ਵੈਸੇ ਹੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਾਈਆਂ ਹੈਗੀਆਂ ਨਾ, ਸੋ ਸਾਰੀ ਤਕਰੀਬਨ ਜੋ ਵੀ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਹੈ ਨਾ, ਸੋ ਪਸ਼ੂ ਹਰ ਕਿਸੇ ਦੇ ਹੋਣਗੇ ਘਰ ਦੇ ਵਿੱਚ, ਕਿ ਜਿਹੜੀ ਗਾਂ ਹੁੰਦੀ ਆ ਮਤਲਬ ਹੈ ਨਾ ਕਿਸੇ ਦੇ ਉੱਪਰ ਨਹੀਂ ਚੜ੍ਹਦੀ ਹੈਗੀ, ਧੱਕੇ ਨਾਲ ਜਾਂ ਕਿਸੇ ਟੱਕਰ ਨਹੀਂ ਮਾਰਦੀ ਹੈਗੀ, ਮਤਲਬ ਇੱਕ ਮਨੁੱਖ ਵਰਗਾ ਦਿਮਾਗ ਹੁੰਦਾ ਹੈ, ਹਰ ਇੱਕ ਚੀਜ਼ ਨੂੰ ਧਿਆਨ 'ਚ ਰੱਖਦੀ ਹੈਗੀ ਹੈ। ਠੀਕ ਹੈ, ਇਸ ਕਰਕੇ ਇਹਨੂੰ ਜ਼ਿਆਦਾ ਪਵਿੱਤਰ ਮੰਨਿਆ ਸੀ। ਬਟ ਇੱਥੇ ਜਿਹੜਾ ਘੋੜਾ ਹੈ ਇਹਨਾਂ ਦਾ ਚਹੇਤਾ ਸੀ, ਇਹਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਸੀ। ਪਵਿੱਤਰ ਸਭ ਤੋਂ ਵੱਧ ਗਾਂ ਨੂੰ ਮੰਨਿਆ ਜਾਂਦਾ ਸੀ। ਨੈਕਸਟ ਹੈ 92 ਨੰਬਰ, ਆਰੀਅਨ ਲੋਕਾਂ ਦੁਆਰਾ ਖੋਜੀ ਗਈ ਧਾਤੂ ਕਿਹੜੀ ਸੀਗੀ ਬਈ? ਸਿਲਵਰ ਸੀ, ਤਾਂਬਾ ਸੀ, ਲੋਹਾ ਸੀ ਤੇ ਜਾਂ ਫਿਰ ਸੋਨਾ ਸੀਗੀ। ਹਾਂਜੀ, ਸੋ ਆਰੀਅਨ ਲੋਕਾਂ ਦੇ ਦੁਆਰਾ ਬਈ ਧਾਤੂ ਖੋਜੀ ਗਈ ਸੀ ਲੋਹਾ। ਓਕੇ, ਲੋਹਾ ਧਾਤੂ ਦੀ ਖੋਜ ਬਈ ਆਰੀਅਨ ਲੋਕਾਂ ਨੇ ਕੀਤੀ ਹੈ। ਇਸ ਤੋਂ ਬਾਅਦ ਸ਼ੁਰੂ ਹੋਇਆ ਸਾਡੇ ਭਾਰਤ ਦੇ ਵਿੱਚ ਲੋਹਾ। ਓਕੇ, ਔਰ ਧਿਆਨ ਰੱਖਿਓ ਕਿ ਇੱਥੇ ਬਈ ਲੋਹੇ ਦਾ ਨਾ ਨਾਮ ਸੀਗਾ ਸ਼ਾਮ ਅਯਾਸ। ਠੀਕ ਹੈ, ਸ਼ਾਮ ਅਯਾਸ਼ ਕਿਹਾ ਜਾਂਦਾ ਸੀਗਾ ਇਸਨੂੰ ਆਰੀਅਨ ਲੋਕਾਂ ਦੇ ਦੁਆਰਾ। ਓਕੇ, ਔਰ ਤਾਂਬਾ ਵੀ ਜਿਹੜਾ ਹੈ ਨਾ ਇਹਦੇ ਵਿੱਚ ਚੱਲਿਆ ਸੀਗਾ ਔਰ ਤਾਂਬੇ ਨੂੰ ਬਈ ਇੱਥੇ ਕਿਹਾ ਜਾਂਦਾ ਸੀਗਾ ਆਰੀਅਨ ਲੋਕਾਂ ਦੇ ਦੁਆਰਾ ਲੋਹਿਤ ਅਯਾਸ਼ੂ। ਓਕੇ, ਅਯਾਸ਼ੂ ਇਹਦਾ ਨਾਮ ਸੀਗਾ। ਦੋਨੋਂ ਹੀ ਵਿਕਸਿਤ ਹੋਏ ਸੀ ਬਟ ਲੋਹਾ ਜਿਹੜਾ ਹੈ ਖਾਸ ਤੌਰ 'ਤੇ ਆਰੀਅਨ ਲੋਕਾਂ ਦੇ ਦੁਆਰਾ ਹੀ ਖੋਜਿਆ ਗਿਆ ਸੀ।
ਨੈਕਸਟ ਹੈ ਬਈ 93 ਨੰਬਰ, ਭਾਰਤੀ ਲੋਕਾਂ ਨੇ ਲੋਹੇ ਦਾ ਕਦੋਂ ਗਿਆਨ ਹੋਇਆ ਬਈ? 6ਵੀਂ ਸਦੀ ਈਸਵੀ ਪੂਰਵ ਦੇ ਵਿੱਚ, 8ਵੀਂ ਸਦੀ ਈਸਵੀ ਪੂਰਵ ਦੇ ਵਿੱਚ, 10ਵੀਂ ਸਦੀ ਈਸਵੀ ਪੂਰਵ ਦੇ ਵਿੱਚ, ਤੇ ਜਾਂ ਫਿਰ 4ਥੀ ਸਦੀ ਈਸਵੀ ਪੂਰਵ ਦੇ ਵਿੱਚ। ਭਾਰਤੀ ਲੋਕਾਂ ਨੂੰ ਲੋਹੇ ਦਾ ਗਿਆਨ ਹੋਇਆ ਬਈ 8ਵੀਂ ਸਦੀ ਈਸਵੀ ਪੂਰਵ ਦੇ ਵਿੱਚ। ਪਹਿਲਾਂ ਇਹਨਾਂ ਨੂੰ ਜਿਹੜਾ ਹੈ ਲੋਹੇ ਬਾਰੇ ਗਿਆਨ ਨਹੀਂ ਹੁੰਦਾ ਸੀ। ਇੰਡਸ ਸਿਵਲਾਈਜੇਸ਼ਨ ਵਾਲੇ ਲੋਕ ਸੀ ਜਿਹੜੇ ਬਈ ਉਹ ਵੀ ਨਹੀਂ ਜਾਣਦੇ ਸੀਗੇ ਇਸ ਬਾਰੇ, ਠੀਕ ਹੈ। ਇਹਨਾਂ ਨੂੰ 8ਵੀਂ ਸਦੀ ਦੇ ਵਿੱਚ ਆ ਕੇ ਪਤਾ ਲੱਗਿਆ ਸੀ ਵੀ ਲੋਹਾ ਵੀ ਇੱਕ ਤਰ੍ਹਾਂ ਦੀ ਧਾਤੂ ਸੀਗੀ। ਓਕੇ, ਨੈਕਸਟ ਹੈ ਵੈਦਿਕ ਸਭਿਅਤਾ ਦੇ ਵਿੱਚ ਵਪਾਰ ਕਰਨ ਦੇ ਲਈ ਕਿਹੜੀ ਪ੍ਰਣਾਲੀ ਪ੍ਰਸਿੱਧ ਸੀਗੀ ਬਈ? ਵਸਤੂ ਵਟਾਂਦਰਾ, ਸਿੱਕੇ, ਪਸ਼ੂ ਜਾਂ ਫਿਰ ਰੁਪਈਏ। ਸੋ ਵੈਦਿਕ ਸਭਿਅਤਾ ਦੇ ਵਿੱਚ ਬਈ ਵਪਾਰ ਕਰਨ ਦੇ ਲਈ ਸਭ ਤੋਂ ਵੱਧ ਪ੍ਰਚਲਿਤ ਸੀਗੀ ਬਈ ਵਸਤੂ ਵਟਾਂਦਰਾ ਪ੍ਰਣਾਲੀ, ਠੀਕ ਹੈ। ਇਸ ਪ੍ਰਣਾਲੀ ਦੇ ਦੌਰਾਨ ਇਹ ਹੁੰਦਾ ਸੀਗਾ ਬਈ ਜਿਹੜੀ ਚੀਜ਼ ਦੀ ਜ਼ਰੂਰਤ ਸੀ, ਠੀਕ ਹੈ, ਉਸ ਬਦਲੇ ਉਸ ਨੂੰ ਉਹ ਚੀਜ਼ ਦੇ ਦਿੱਤੀ ਜਾਂਦੀ ਸੀ ਅਤੇ ਉਹ ਤੋਂ ਆਪਣੀ ਜ਼ਰੂਰਤ ਦੇ ਬਦਲੇ ਹੈ ਨਾ ਜਿਹੜੀ ਉਹਨੂੰ ਚਾਹੀਦੀ ਸੀ ਉਹ ਚੀਜ਼ ਲੈ ਲਿੱਤੀ ਜਾਂਦੀ ਸੀਗੀ। ਇਹ ਖਾਸ ਤੌਰ 'ਤੇ ਇਸ ਸਮੇਂ ਦੇ ਵਿੱਚ ਹੈ ਨਾ ਪ੍ਰਚਲਿਤ ਸੀਗੀ। ਔਰ ਜਿਹੜਾ ਵਿਅਕਤੀ ਦੂਰ ਦੂਰ ਤੱਕ ਜਾ ਕੇ ਵਪਾਰ ਕਰਦਾ ਸੀਗਾ, ਇੱਕ ਪੁਆਇੰਟ ਹੋਰ ਵੀ ਨੋਟ ਕਰ ਲਿਓ, ਦੂਰ ਦੂਰ ਖੇਤਰ ਦੇ ਵਿੱਚ ਜਾ ਕੇ ਵਪਾਰ ਕਰਦਾ ਸੀਗਾ, ਸਿਸਟਮ ਚਲਾਉਂਦਾ ਸੀਗਾ, ਉਸ ਨੂੰ ਪਣੀ ਕਿਹਾ ਜਾਂਦਾ ਸੀਗਾ। ਉਸ ਨੂੰ ਪਣੀ ਕਿਹਾ ਜਾਂਦਾ ਸੀ, ਜਿਹੜਾ ਵਪਾਰ ਕਰਨ ਦੇ ਲਈ ਵੱਖ-ਵੱਖ ਖੇਤਰਾਂ ਦੇ ਵਿੱਚ ਘੁੰਮਦਾ ਹੁੰਦਾ ਸੀਗਾ। ਓਕੇ, ਇੱਥੇ ਵਸਤੂ ਵਟਾਂਦਰੇ ਦੇ ਵਿੱਚ ਗਾਂ ਦੀ ਵੀ ਇੱਕ ਖਾਸ ਭੂਮਿਕਾ ਰਹੀ ਹੈ। ਕਈ ਜਗ੍ਹਾਵਾਂ ਦੇ ਉੱਪਰ ਹੈ ਨਾ, ਮਤਲਬ ਕਈ ਖੇਤਰਾਂ ਦੇ ਵਿੱਚ ਗਾਂ ਨੂੰ ਜਿਹੜਾ ਹੈ ਨਾ, ਗਾਂ ਦੇ ਬਦਲੇ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਸਮਾਨ ਖਰੀਦਿਆ ਔਰ ਵੇਚਿਆ ਜਾਂਦਾ ਹੁੰਦਾ ਸੀਗਾ। ਨੈਕਸਟ ਹੈ ਰਿਗਵੇਦ ਦੇ ਵਿੱਚ ਸਭ ਤੋਂ ਪਵਿੱਤਰ ਕਿਹੜੀ ਨਦੀ ਨੂੰ ਮੰਨਿਆ ਗਿਆ ਬਈ? ਸਰਸਵਤੀ ਨੂੰ, ਗੰਗਾ ਨੂੰ, ਯਮੁਨਾ ਨੂੰ, ਤੇ ਜਾਂ ਫਿਰ ਸਾਗਰਮਾਥਾ ਨੂੰ। ਰਿਗਵੇਦ ਦੇ ਵਿੱਚ ਬਹੁਤ ਸਾਰੀਆਂ ਨਦੀਆਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ। ਸੋ ਇਹ ਸਾਰੀਆਂ ਹੀ ਮੋਸਟਲੀ ਨਦੀਆਂ ਜਿਹੜੀਆਂ ਇਹਦੇ ਵਿੱਚ ਜ਼ਿਕਰ ਕੀਤੀਆਂ ਗਈਆਂ ਨੇ, ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਵਿੱਤਰ ਜਿਹੜਾ ਮੰਨਿਆ ਗਿਆ ਹੈ ਇਹ ਸਰਸਵਤੀ ਨਦੀ ਨੂੰ ਵਰਤਿਆ ਗਿਆ ਹੈ, ਠੀਕ ਹੈ। ਪਵਿੱਤਰ ਨਦੀ ਅਗਰ ਗੱਲ ਕਰੀਏ ਰਿਗਵੇਦ ਦੇ ਵਿੱਚ ਸਭ ਤੋਂ ਜ਼ਿਆਦਾ ਸਰਸਵਤੀ ਹੈ। ਨੈਕਸਟ ਹੈ 96 ਨੰਬਰ, ਰਿਗਵੇਦ ਦੇ ਵਿੱਚ ਕਿਹੜੀ ਨਦੀ ਦਾ ਸਭ ਤੋਂ ਵੱਧ ਵਾਰ ਜ਼ਿਕਰ ਕੀਤਾ ਗਿਆ ਬਈ? ਸਰਸਵਤੀ ਦਾ, ਗੰਗਾ ਦਾ, ਯਮੁਨਾ ਦਾ, ਤੇ ਜਾਂ ਫਿਰ ਸਿੰਧ ਨਦੀ ਦਾ। ਰਿਗਵੇਦ ਦੇ ਵਿੱਚ ਸਭ ਤੋਂ ਵੱਧ ਅਗਰ ਅਸੀਂ ਗੱਲ ਕਰੀਏ ਜ਼ਿਕਰ ਦੀ ਤਾਂ ਸਭ ਤੋਂ ਵੱਧ ਜ਼ਿਕਰ ਕੀਤਾ ਗਿਆ ਹੈ ਇੰਡਸ ਰਿਵਰ ਦਾ। ਓਕੇ, ਯਾਨੀ ਕਿ ਸਿੰਧ ਰਿਵਰ ਦਾ ਸਭ ਤੋਂ ਵੱਧ ਵਾਰ ਜ਼ਿਕਰ ਕੀਤਾ ਗਿਆ ਹੈ। ਨੈਕਸਟ ਹੈ 97 ਨੰਬਰ, ਰਿਗਵੇਦ ਦੇ ਵਿੱਚ ਗੰਗਾ ਨਦੀ ਦਾ ਜ਼ਿਕਰ ਕਿੰਨੇ ਵਾਰ ਕੀਤਾ ਗਿਆ ਬਈ? 2 ਵਾਰ, 1 ਵਾਰ, 4 ਵਾਰ, ਤੇ ਜਾਂ ਫਿਰ 5 ਵਾਰ। ਗੰਗਾ ਨਦੀ ਦਾ ਜਿਹੜਾ ਜ਼ਿਕਰ ਹੈ ਬਈ ਰਿਗਵੇਦ ਦੇ ਵਿੱਚ ਤਕਰੀਬਨ 1 ਵਾਰ ਹੀ ਕੀਤਾ ਗਿਆ ਹੈ ਕਿ ਗੰਗਾ ਨਦੀ ਹੈ। ਓਕੇ, ਨੈਕਸਟ ਹੈ 98 ਨੰਬਰ, ਰਿਗਵੇਦ ਦੇ ਵਿੱਚ ਯਮੁਨਾ ਨਦੀ ਦਾ ਜ਼ਿਕਰ ਕਿੰਨੇ ਵਾਰ ਕੀਤਾ ਗਿਆ ਹੈ? 3 ਵਾਰ ਹੈ, 1 ਵਾਰ ਹੈ, 4 ਵਾਰ ਹੈ, ਤੇ ਜਾਂ ਫਿਰ 5 ਵਾਰ ਹੈ। ਰਿਗਵੇਦ ਦੇ ਵਿੱਚ ਯਮੁਨਾ ਨਦੀ ਦਾ ਜ਼ਿਕਰ 3 ਵਾਰ ਕੀਤਾ ਗਿਆ ਹੈ। ਇਹ ਵੈਸੇ ਤਾਂ ਤੁਹਾਨੂੰ ਇੱਕ ਪੁਆਇੰਟ ਦੇ ਵਿੱਚ ਹੀ ਕਲੀਅਰ ਹੋ ਜਾਣ, ਬਟ ਮੈਂ ਕੁਐਸਚਨ ਬਣਾ ਦਿੱਤੇ ਨੇ ਤਾਂ ਕਿ ਜੇਕਰ ਇਹਨਾਂ ਦੇ ਵਿੱਚੋਂ ਕੋਈ ਕੁਐਸਚਨ ਆਊਗਾ ਤਾਂ ਤੁਸੀਂ ਇਸ ਨੂੰ ਕਵਰ ਕਰ ਲਓਗੇ। ਓਕੇ ਜੀ, ਸੋ ਇਹ ਸੀਗੇ ਸਾਡੇ ਵੀ ਇੰਪੋਰਟੈਂਟ ਕੁਐਸਚਨ ਜੋ ਕਿ ਵੈਦਿਕ ਪੀਰੀਅਡ ਦੇ ਨਾਲ ਰਿਲੇਟਡ ਸੀਗੇ। ਅਗਰ ਪੋਸੀਬਲ ਹੋ ਪਾਇਆ ਜਾਂ ਕੁਝ ਹੋਰ ਕੁਐਸਚਨ ਇਸ ਤਰ੍ਹਾਂ ਦੇ ਹੋਏ ਤਾਂ ਮੈਂ ਤੁਹਾਨੂੰ ਇੱਕ ਕਲਾਸ ਹੋਰ ਬਣਾ ਦੇਵਾਂਗਾ, ਨਹੀਂ ਇਸ ਤੋਂ ਬਾਅਦ ਫਿਰ ਆਪਾਂ ਲੈਟਰ ਵੈਦਿਕ ਪੀਰੀਅਡ ਜਿਹੜਾ ਹੈ ਉਹ ਸ਼ੁਰੂ ਕਰ ਲਵਾਂਗੇ। ਓਕੇ, ਸੋ ਇਹ ਸੀਗੇ ਵੀ। ਥੈਂਕ ਯੂ ਸੋ ਮਚ। ਸੋ ਨੈਕਸਟ ਆਪਾਂ ਜਿਹੜੀ ਜਲਦੀ ਹੀ ਲਾਈਵ ਕਲਾਸ ਵੀ ਹੈ ਨਾ ਸ਼ੁਰੂ ਕਰ ਲਵਾਂਗੇ। 1 ਜਾਂ 2 ਦਿਨਾਂ ਦੀ ਸ਼ਾਇਦ ਪ੍ਰੋਬਲਮ ਹੋਵੇਗੀ, ਉਸ ਤੋਂ ਬਾਅਦ ਇਹ ਸੋਲਵ ਹੋ ਜਾਵੇਗੀ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।